ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਾਰੀ ਸੰਗਤ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਸੀ। ਸਾਰੇ ਮਿਲ ਕੇ ਵਿਸ਼ਾਲ ਕੀਰਤਨ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਸੰਗਤ ਦੇ ਵਿੱਚ ਬੈਠੇ ਰਹਿੰਦੇ ਸਨ। ਇੱਕ ਭਾਈ ਗੁਰਦਾਸ ਜੀ ਹੀ ਲਿਖਣ ਸੁਣਨ ਵਾਸਤੇ ਗੁਰੂ ਜੀ ਦੇ ਪਾਸ ਰਹਿੰਦੇ ਸਨ। ਹੋਰ ਜਿਹੜੇ ਸੇਵਕ ਸਨ ਉਹ ਸੁਚੇਤ ਹੋ ਕੇ ਬੈਠੇ ਰਹਿੰਦੇ ਸਨ। ਉਹਨਾਂ ਵਿੱਚੋਂ ਕੋਈ ਵੀ ਬੁਲਾਉਣ ਤੋਂ ਬਗੈਰ ਗੁਰੂ ਜੀ ਦੇ ਪਾਸ ਨਹੀਂ ਸੀ ਪਹੁੰਚਦਾ। ਚਾਰੇ ਪਾਸੇ ਬੈਠੇ ਚੌਕਸ ਰਹਿੰਦੇ ਸਨ। ਜਿਹੜਾ ਵੀ ਮਨੁੱਖ ਭੁੱਲ ਭੁਲੇਖੇ ਆਉਂਦਾ ਸੀ ਉਸ ਨੂੰ ਗੁਰੂ ਜੀ ਦੇ ਪਾਸ ਜਾਣ ਤੋਂ ਰੋਕਦੇ ਸਨ। ਇੱਕ ਦਿਨ ਇਸੇ ਤਰ੍ਹਾਂ ਗੁਰੂ ਜੀ ਨੇ ਬਿਲਕੁਲ ਇਕਾਂਤਮਈ ਹੋ ਕੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਬੁਲਾਇਆ। ਆਪਣੇ ਪਾਸ ਬਿਠਾ ਕੇ ਉਹਨਾਂ ਨੂੰ ਆਪਣਾ ਮਨੋਰਥ ਦੱਸਿਆ ਅਤੇ ਫਰਮਾਇਆ, ਹੇ ਭਾਈ ਜੀ, ਸਾਡੀ ਅਭਿਲਾਸ਼ਾ ਸੁਣੋ। ਉੱਤਮ ਗ੍ਰੰਥ ਦੀ ਬੀੜ ਦੀ ਰਚਨਾ ਕਰੋ ਅਤੇ ਇਸ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖੋ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਪੱਟੀ ਬਣਾਈ ਹੈ ਉਸ ਵਿੱਚ 35 ਅੱਖਰਾਂ ਨੂੰ ਸ਼ੋਭਨਿਕ ਬਣਾਇਆ ਹੈ। ਉਹਨਾਂ ਅੱਖਰਾਂ ਵਿੱਚ ਸਾਰੀ ਗੁਰਬਾਣੀ ਲਿਖੋ। ਉਹਨਾਂ ਅੱਖਰਾਂ ਵਿੱਚ ਪੜ੍ਹਨਾ ਬਹੁਤ ਆਸਾਨ ਹੈ। ਜਿਨ੍ਹਾਂ ਦੀ ਬੁੱਧੀ ਬ੍ਰਹਮ ਗਿਆਨ ਵਿੱਚ ਵੱਡੀ ਹੈ ਅਤੇ ਜਿਨ੍ਹਾਂ ਨੇ ਬਹੁਤ ਅਭਿਆਸ ਕਰਕੇ ਵਿੱਦਿਆ ਪਾਈ ਹੈ, ਬਹੁਤ ਸਾਲਾਂ ਤੱਕ ਉਹ ਪੜ੍ਹਨਗੇ ਅਤੇ ਵਿਚਾਰਨਗੇ। ਫਿਰ ਹੀ ਜਾ ਕੇ ਉਹ ਗੁਣ ਔਗਣ ਨੂੰ ਜਾਣ ਸਕਣਗੇ। ਉਸ ਤੱਤ ਨੂੰ ਗੁਰਮੁਖੀ ਵਿੱਚ ਹਿਰਦੇ ਵਿੱਚ ਸ਼ਰਧਾ ਧਾਰ ਕੇ ਚੰਗੀ ਤਰ੍ਹਾਂ ਲਿਖੋ। ਸੰਸਕ੍ਰਿਤ ਅਤੇ ਜਿਹੜੀ ਤੁਰਕਾਂ ਦੀ ਭਾਸ਼ਾ ਹੈ, ਬੁੱਧੀਵਾਨ ਲੋਕ ਇਹਨਾਂ ਭਾਸ਼ਾਵਾਂ ਵਿੱਚ ਆਪੇ ਲਿਖ ਲੈਣਗੇ। ਸਾਰਿਆਂ ਦੇ ਵਿੱਚ ਇਹ ਦੌੜ ਕੇ ਫੈਲੇਗੀ। ਜਿਵੇਂ ਪਾਣੀ ਉੱਤੇ ਥਿੰਧਾਈ ਪਾਈ ਜਾਵੇ ਤਾਂ ਉਹ ਸਾਰੇ ਖਿਲਰ ਜਾਂਦੀ ਹੈ। ਕਿਰਤ ਕਰਦੇ ਕਿਰਤੀਆਂ ਦੀ ਬੁੱਧੀ ਥੋੜ੍ਹੀ ਹੁੰਦੀ ਹੈ। ਜਿਨ੍ਹਾਂ ਨੂੰ ਵਿੱਦਿਆ ਦੀ ਲੋੜ ਹੈ ਉਹ ਇਸ ਨੂੰ ਆਸਾਨੀ ਨਾਲ ਪੜ੍ਹ ਲੈਣਗੇ ਅਤੇ ਵੱਡਾ ਗਾਢੀ ਰਾਹ ਪ੍ਰਗਟ ਹੋਵੇਗਾ। ਜਿਹੜਾ ਵੀ ਇਸ ਰਾਹ ਚੱਲੇਗਾ ਉਹ ਕਦੀ ਵੀ ਫਿਰ ਭੁੱਲੇਗਾ ਨਹੀਂ। ਇਸ ਕਰਕੇ ਗੁਰਮੁਖੀ ਅੱਖਰਾਂ ਵਿੱਚ ਲਿਖੋ। ਇਹ ਸਾਰੇ ਜਗਤ ਵਿੱਚ ਪ੍ਰਗਟ ਹੋਵੇਗੀ। ਸ਼ਰਧਾਵਾਨ ਇਸ ਨੂੰ ਆਸਾਨੀ ਨਾਲ ਪੜ੍ਹ ਲੈਣਗੇ ਅਤੇ ਉਹ ਇਹ ਜਾਣ ਲੈਣਗੇ ਕਿ ਹਰੀ ਦਾ ਸਿਮਰਨ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਦੀ ਮਹਿਮਾ ਅਤ ਸੁੰਦਰ ਹੈ। ਜੱਗ ਵਿੱਚ ਗੁਰਮੁਖੀ ਦਾ ਨਾਮ ਪ੍ਰਗਟ ਹੋਵੇਗਾ। ਜਿਹੜੇ ਇਸ ਨੂੰ ਵੇਖਣਗੇ, ਪੜ੍ਹਨਗੇ, ਲਿਖਣਗੇ, ਉਹ ਇਸ ਦਾ ਸਨਮਾਨ ਕਰਨਗੇ ਅਤੇ ਪਾਪ ਨਾਸ਼ ਕਰਤਾ ਜਾਣ ਕੇ ਇਸ ਨੂੰ ਪ੍ਰੇਮ ਕਰਨਗੇ। 4 ਗੁਰੂ ਸਾਹਿਬਾਨਾਂ ਦੇ ਸ਼ਬਦ ਮੁਕਤੀ ਦਾਤੇ ਹਨ। ਪੋਥੀਆਂ ਨੂੰ ਵੇਖ ਕੇ ਆਨੰਦ ਨਾਲ ਸ਼ਬਦਾਂ ਨੂੰ ਲਿਖੋ। ਇਹ ਸਾਰੇ ਵੇਦਾਂ ਦਾ ਤੱਤ ਕੱਢਿਆ ਹੈ। ਜਿਵੇਂ ਸਾਗਰ ਨੂੰ ਰਿੜਕ ਕੇ ਸ੍ਰੇਸ਼ਟ ਰਤਨਾਂ ਨੂੰ ਕੱਢਿਆ ਗਿਆ ਸੀ। ਗੁਰਬਾਣੀ ਨੂੰ ਵੇਦਾਂ ਦਾ ਟੀਕਾ ਕਹਿਣਾ ਗੁਰਬਾਣੀ ਦੇ ਵਿਰੁੱਧ ਹੈ, ਕਿਉਂਕਿ ਗੁਰੂ ਜੀ ਨੇ ਬਾਣੀ ਨੂੰ ਵਾਹਿਗੁਰੂ ਵੱਲੋਂ ਆਈ ਧੁਰ ਕੀ ਬਾਣੀ ਕਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਨਾਮ ਹਨ, ਇਹਨਾਂ ਦੀ ਬਾਣੀ ਪਹਿਲਾਂ ਲਿਖੋ ਅਤੇ ਪੜ੍ਹ ਕੇ ਆਪ ਹੀ ਪਹਿਚਾਣ ਲਓ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ, ਹੇ ਗੁਰੂ ਜੀ, ਮੇਰੀ ਇੰਨੀ ਬੁੱਧੀ ਕਿੱਥੇ ਹੈ? ਮੈਂ ਛੋਟੀ ਬੁੱਧੀ ਵਾਲਾ ਜੀਵ ਕਿਵੇਂ ਜਾਣ ਸਕਦਾ ਹਾਂ? ਗੁਰੂ ਜੀ ਦੀ ਬਾਣੀ ਨੂੰ ਅਗਮ ਅਗਾਧ ਮੰਨੋ। ਉਹਨਾਂ ਦਾ ਹਿਰਦਾ ਅਗਾਧ, ਨਿਰਵਿਘਨ ਅਤੇ ਗੰਭੀਰ ਹੈ। ਉਹ ਧੀਰਜਵਾਨ ਗੁਰੂ ਜੀ ਹੀ ਬਾਣੀ ਰੂਪ ਹਨ। ਉਹਨਾਂ ਦੀ ਬਾਣੀ ਨੂੰ ਬ੍ਰਹਮਾ ਆਦਿ ਵੀ ਜਾਣ ਨਹੀਂ ਸਕਦੇ ਹਨ। ਮੇਰੇ ਵਿੱਚ ਇੰਨੀ ਬੁੱਧੀ ਕਿੱਥੇ ਹੈ? ਜੇ ਆਪ ਜੀ ਸਹਾਇਤਾ ਕਰੋ ਤਾਂ ਓਨਾ ਹੀ ਸਮਝ ਲਵਾਂਗਾ ਜੋ ਮੈਨੂੰ ਲਿਖਾਓਗੇ। ਇਹ ਸੁਣ ਕੇ ਪਰਮ ਕਿਰਪਾਲੂ ਅਤੇ ਚਤੁਰ ਗੁਰੂ ਜੀ ਪ੍ਰਸੰਨ ਹੋਏ ਅਤੇ ਉਹਨਾਂ ਨੇ ਵਰ ਦਿੱਤਾ, ਜਿਵੇਂ ਪੁੱਤਰ ਘਰ ਤੋਂ ਬਾਹਰ ਹੋਵੇ ਅਤੇ ਮਾਤਾ ਪਿਤਾ ਅੰਦਰ ਲੁਕੇ ਹੋਣ, ਹੋਰ ਪਰਿਵਾਰ ਜੋ ਗੱਲਾਂ ਕਰੇਗਾ ਤਾਂ ਬਾਲਕ ਪ੍ਰਗਟ ਰੂਪ ਵਿੱਚ ਜਾਣ ਲਵੇਗਾ। ਕੋਈ ਮਨੁੱਖ ਆਪਣੇ ਘਰ ਅੰਦਰੋਂ ਪੁੱਛੇ ਕਿ ਕੌਣ ਕੌਣ ਬੋਲਦਾ ਹੈ ਤਾਂ ਬਾਲਕ ਸੁਣ ਕੇ ਜੋ ਕਹੇਗਾ ਵੱਖ-ਵੱਖ ਕਰਕੇ ਉਹਨਾਂ ਬਾਰੇ ਦੱਸੇਗਾ। ਉਹ ਕਹੇਗਾ, ਇਹ ਮੇਰੇ ਪਿਤਾ ਜੀ ਦੇ ਬਚਨ ਹਨ, ਇਹ ਮੇਰੀ ਮਾਤਾ ਜੀ ਕਹਿ ਰਹੇ ਹਨ,
ਇਹ ਮੇਰੀ ਭੈਣ ਦੀ ਆਵਾਜ਼ ਹੈ, ਇਹ ਮੇਰਾ ਭਰਾ ਕਹਿ ਰਿਹਾ ਹੈ। ਇਸ ਤਰ੍ਹਾਂ ਸਮਝ ਕੇ ਸਾਵਧਾਨ ਹੋ ਜਾਓ, ਗੁਰਬਾਣੀ ਲਿਖ ਕੇ ਮਹਾਨ ਸਫਲਤਾ ਪ੍ਰਾਪਤ ਕਰੋ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਚਰਨ ਕਮਲਾਂ 'ਤੇ ਸਿਰ ਧਰਿਆ। ਤਦ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕੀਤੀ ਅਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਫਿਰ ਉਹਨਾਂ ਨੇ ਕਾਗਜ਼ ਦਿਆਂ ਪੱਤਰਿਆਂ ਨੂੰ ਸੁਧਾਰਿਆ ਤੇ ਫਿਰ ਕਤਰ ਕੇ ਇੱਕ ਅੰਦਾਜ਼ੇ ਨਾਲ ਸੁੰਦਰ ਬਣਾਏ। ਪਾਣੀ ਪਾ ਕੇ ਸਿਆਹੀ ਤਿਆਰ ਕੀਤੀ ਅਤੇ ਗੁਰੂ ਜੀ ਨੂੰ ਯਾਦ ਕਰਕੇ ਕਲਮ ਹੱਥ ਵਿੱਚ ਫੜੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਪੋਥੀ ਖੋਲ੍ਹੀ ਅਤੇ ਅਮੋਲਕ ਬਚਨ ਲਿਖਾਉਣ ਦੀ ਤਿਆਰੀ ਕੀਤੀ। ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨੂੰ ਯਾਦ ਕੀਤਾ ਅਤੇ ਉਹਨਾਂ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ। ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਲਿਖਵਾਇਆ। ਸੁੰਦਰ ਮੰਗਲਾ ਚਰਨ ਬੜੀ ਸੁਹਾਈ। ਫਿਰ 4.5 ਪੌੜੀਆਂ ਦਾ ਉਚਾਰਨ ਕੀਤਾ ਅਤੇ ਸੁਖਦਾਇਕ ਪਾਰ ਬ੍ਰਹਮ ਦਾ ਵਰਣਨ ਕੀਤਾ। ਇਸ ਬਾਣੀ ਦਾ ਮਹਾਤਮ ਕਿੱਥੋਂ ਤੱਕ ਵਰਣਨ ਕਰੀਏ, ਜਿਸ ਨੂੰ ਸਭ ਬਾਣੀਆਂ ਤੋਂ ਸ਼੍ਰੋਮਣੀ ਮੰਨਿਆ ਗਿਆ ਹੈ। ਇਸ ਤੋਂ ਉੱਤਮ ਕੋਈ ਹੋਰ ਬਾਣੀ ਨਹੀਂ ਹੈ ਅਤੇ ਇਹ ਸੌਖੇ ਢੰਗ ਨਾਲ ਹੀ ਪ੍ਰਾਪਤ ਹੋ ਗਈ। ਸਭ ਤੋਂ ਪਹਿਲਾਂ ਸ੍ਰੀ ਰਾਗ ਲਿਖਾਇਆ, ਜਿਹੜਾ ਅਨੇਕਾਂ ਘਰਾਂ ਵਿੱਚ ਗਾਇਆ ਜਾ ਸਕਦਾ ਹੈ। ਜਦ ਕਈ ਰਾਗ ਲਿਖੇ ਗਏ ਤਾਂ ਗੁਰੂ ਜੀ ਪੁੱਛਣ ਲੱਗੇ, ਹੇ ਭਾਈ ਗੁਰਦਾਸ, ਦੱਸੋ ਕੀ ਜਾਣ ਵੀ ਲਏ ਹਨ? ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਆਪ ਜੀ ਦੀ ਕਿਰਪਾ ਨਾਲ ਜਾਣ ਲਿਆ ਹੈ। ਬਹੁਤ ਨਾਰਾਂ ਵਿੱਚ ਖਲੋਤੀ, ਜਿਵੇਂ ਲੁਕੀ ਹੋਈ ਪਤਨੀ ਆਪਣੇ ਪਤੀ ਦੇ ਬਚਨਾਂ ਨੂੰ ਪਹਿਚਾਣ ਲੈਂਦੀ ਹੈ। ਇਸ ਤਰ੍ਹਾਂ ਪੋਥੀ 'ਤੇ ਲਿਖੇ ਹੋਏ ਗੁਰੂ ਜੀ ਦੇ ਬਚਨ, ਜੋ ਚਤੁਰ ਗੁਰੂ ਸਾਹਿਬਾਨਾਂ ਦੇ ਸਨ, ਪਛਾਣ ਲਏ ਹਨ। ਦੂਸਰਿਆਂ ਨੇ ਜੋ ਸ਼ਬਦ ਬਣਾਏ ਹਨ, ਪਰਖ ਕੇ ਸਭ ਹਟਾ ਦਿੱਤੇ ਹਨ। ਇਸ ਤਰ੍ਹਾਂ ਕਹਿ ਕੇ ਚਲੇ ਗਏ। ਗੁਰੂ ਜੀ ਫਿਰ ਇਕੱਲੇ ਰਹਿ ਗਏ। ਫਿਰ ਭਗਤ ਆ ਦਿਖਾਈ ਦਿੱਤੇ, ਜਿਨ੍ਹਾਂ ਨੂੰ ਵੇਖਣ ਨਾਲ ਉਧਾਰ ਹੋ ਜਾਂਦਾ ਹੈ। ਸਤਿਗੁਰੂ ਜੀ ਗਰੀਬਾਂ ਦੀ ਪਾਲਣਾ ਕਰਦੇ ਹਨ। ਭਗਤਾਂ ਨੇ ਆ ਕੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਬੰਦਨਾ ਕੀਤੀ। ਦਰਸ਼ਨ ਕਰਨ ਨਾਲ ਉਹਨਾਂ ਦੇ ਚਿੱਤ ਪ੍ਰੇਮ ਵਿੱਚ ਭਿੱਜ ਗਏ। ਸਾਰੇ ਖੜੇ ਹੋ ਕੇ ਉਸਤਤ ਉਚਾਰਨ ਲੱਗੇ, ਹੇ ਪਾਰ ਬ੍ਰਹਮ, ਤੁਸੀਂ ਆਪ ਮਨੁੱਖੀ ਸਰੀਰ ਧਾਰਨ ਕੀਤਾ ਹੈ। ਕਲਯੁਗ ਦੇ ਸਮੇਂ ਨੂੰ ਮਾੜਾ ਜਾਣ ਕੇ ਆਪ ਕਿਰਪਾਲੂ ਪ੍ਰਭੂ ਨੇ ਅਵਤਾਰ ਲਿਆ ਹੈ। ਭਗਤਾਂ ਦਾ ਪਿਆਰਾ ਗੁਸਾਈ ਭਗਤਾਂ ਦੇ ਪ੍ਰੇਮ ਦੇ ਵਸ ਵਿੱਚ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ 5ਵਾਂ ਸਰੀਰ ਪਾਇਆ ਹੈ। ਆਪ ਮਹਾਰਾਜਿਆਂ ਦੇ ਰਾਜਿਆਂ ਦੇ ਵੀ ਰਾਜੇ ਹੋ। ਸਭ ਲੋਕ ਤੁਹਾਥੋਂ ਮੰਗਦੇ ਹਨ, ਤੁਸੀਂ ਸਾਰਿਆਂ ਦੇ ਦਾਤੇ ਹੋ। ਕਲਯੁਗ ਦੇ ਸਮੇਂ ਤੁਸੀਂ ਨਾਮ ਦਾ ਦਾਨ ਦਿੰਦੇ ਹੋ ਅਤੇ ਅਨੇਕਾਂ ਸੇਵਕਾਂ ਨੂੰ ਤੁਸੀਂ ਤਾਰਿਆ ਹੈ। ਮਹਾਸਾਗਰ ਰੂਪੀ ਅਗਨੀ ਮੂਰਖਾਂ ਤੇ ਘਮੰਡੀਆਂ ਨੂੰ ਸਾੜਦੀ ਹੈ। ਤੁਸੀਂ ਇੱਕ ਰਾਖੇ ਹੋ, ਜਿਨ੍ਹਾਂ 'ਤੇ ਤੁਸੀਂ ਕਿਰਪਾ ਕਰਦੇ ਹੋ। ਆਸਾਨ ਸ੍ਰੇਸ਼ਟ ਮਾਰਗ ਸਭ ਨੂੰ ਦਿਖਾਉਂਦੇ ਹੋ। ਵਿਕਾਰਾਂ ਨੂੰ ਮਾਰਨ ਵਾਲੇ ਹੋ ਅਤੇ ਨਾਮ ਜਪਾ ਕੇ ਮੋਹ ਦਾ ਨਾਸ਼ ਕਰਦੇ ਹੋ। ਹੇ ਆਨੰਦ ਸਰੂਪ, ਤੁਹਾਡੀ ਸਦਾ ਜੈ ਹੋਵੇ, ਸਦਾ ਜੈ ਹੋਵੇ, ਸਦਾ ਜੈ ਹੋਵੇ। ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਤੁਹਾਡੇ ਚੰਦ ਵਰਗੇ ਮੁਖ ਵਿੱਚੋਂ ਸਦਾ ਅੰਮ੍ਰਿਤ ਵਰਗੇ ਬਚਨ ਨਿਕਲਦੇ ਹਨ। ਹੇ ਵਰਦਾਤੇ ਗੋਬਿੰਦ, ਤੁਹਾਡੇ ਹਿਰਦੇ ਵਿੱਚ ਨਾਮ ਵਸਦਾ ਹੈ। ਇਸ ਤਰ੍ਹਾਂ 8 ਭਗਤਾਂ ਨੇ ਉਸਤਤ ਕੀਤੀ। ਜਿਹੜੇ ਵੀ ਇਸ ਨੂੰ ਪ੍ਰੇਮ ਨਾਲ ਨਿਤ ਪੜ੍ਹਨਗੇ, ਉਹ ਪੁੱਤਰ, ਧਨ ਆਦਿ ਮੁਕਤੀ ਸਹਿਤ ਪ੍ਰਾਪਤ ਕਰਨਗੇ। ਉਸਤਤ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੜੇ ਹੋ ਕੇ ਬੜੇ ਆਦਰ ਨਾਲ ਮਿੱਠੇ ਬਚਨ ਕਹੇ। ਸਾਰਿਆਂ ਨੂੰ ਆਪਣੇ ਪਾਸ ਬਿਠਾ ਲਿਆ ਤੇ ਪੁੱਛਿਆ, ਤੁਸੀਂ ਸਾਰੇ ਭਗਤ ਇਕੱਠੇ ਹੋ ਕੇ ਆਏ ਹੋ, ਸਾਰੇ ਆਪਣਾ ਆਪਣਾ ਨਾਮ ਸੁਣਾਓ। ਫਿਰ ਆਉਣ ਦਾ ਕਾਰਨ ਦੱਸੋ, ਕਿਸ ਪ੍ਰਕਾਰ ਤੁਸੀਂ ਕਿਰਪਾ ਕੀਤੀ ਹੈ। ਤੁਹਾਨੂੰ ਮਿਲ ਕੇ ਇਹ ਘੜੀ ਮਹਾ ਸਫਲ ਹੋ ਗਈ ਹੈ। ਭਗਤ ਕਬੀਰ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਹੇ ਸੁਆਮੀ ਗੁਰੂ ਅਰਜਨ ਦੇਵ ਜੀ, ਸਾਰਿਆਂ ਦੇ ਨਾਂ ਸੁਣੋ। ਬੇਣੀ, ਨਾਮਦੇਵ, ਰਵਿਦਾਸ, ਪੀਪਾ, ਸਦਨਾ, ਸੈਨ, ਇਹ ਨਾਂ ਪ੍ਰਗਟ ਹੋਏ ਹਨ। ਹੇ ਗੁਰਦੇਵ, ਭੀਖਣ, ਧੰਨਾ, ਜੈਦੇਵ, ਤ੍ਰਿਲੋਚਨ, ਇਹਨਾਂ ਦੇ ਸ਼ੁਭ ਨਾਂ ਹਨ। ਇਹਨਾਂ ਨੂੰ ਪਰਮਾਨੰਦ ਜੀ, ਰਾਮਾਨੰਦ ਜੀ ਜਾਣੋ। ਮੈਨੂੰ ਕਬੀਰ ਤੇ ਇਹਨਾਂ ਨੂੰ ਫਰੀਦ ਪ੍ਰਮਾਣਿਤ ਕਰੋ। ਸੂਰਦਾਸ ਸਮੇਤ 15 ਕਹੋ। 4 ਹੋਰ ਹਨ, ਉਹਨਾਂ ਦੇ ਵੀ ਨਾਂ ਸੁਣੋ। ਇਹ ਹਨ ਮੂਸਨ, ਮਸਕਨ ਅਤੇ ਸੰਮਨ। ਚੌਥਾ ਜਮਾਲ ਜਾਣ ਲਓ। ਹੁਣ ਆਉਣ ਦਾ ਕਾਰਨ ਸੁਣ ਲਓ। ਹਿਰਦੇ ਵਿੱਚ ਵਿਚਾਰ ਕੇ ਫਿਰ ਪੂਰਾ ਕਰੋ।
ਵੇਦ ਨੂੰ ਨਾਰਾਇਣ ਦੇ ਸਵਾਸ ਕਹਿੰਦੇ ਹਨ। ਬ੍ਰਹਮਾ ਨੇ ਲਿਖ ਕੇ ਇਹਨਾਂ ਦਾ ਪ੍ਰਕਾਸ਼ ਕੀਤਾ। ਫਿਰ ਰਿਸ਼ੀ ਵੇਦ ਵਿਆਸ ਨੇ ਇਸ ਦਾ ਵਿਸਥਾਰ ਕੀਤਾ। ਮਨੁੱਖਾਂ ਦਾ ਉਧਾਰ ਕਰਨ ਵਾਸਤੇ ਉਤਪਤ ਕੀਤੀ। ਇਹਨਾਂ ਵਿੱਚ ਵਾਮਦੇਵ ਆਦਿ ਦੀਆਂ ਸਾਖੀਆਂ ਤੇ ਮੁਨੀਆਂ ਦੇ ਝਗੜੇ ਲਿਖੇ ਹਨ। ਉਹਨਾਂ ਵੇਦਾਂ ਦਾ ਦੂਸਰਾ ਰੂਪ ਤੁਸੀਂ ਆਪਣੇ ਮਤ ਦੇ ਅਨੁਪਮ ਗ੍ਰੰਥ ਦੀ ਰਚਨਾ ਕਰਨ ਲੱਗੇ ਹੋ। ਇਸ ਵਿੱਚ ਭਗਤਾਂ ਦੀਆਂ ਸਾਖੀਆਂ ਵੀ ਲਿਖੋ। ਪ੍ਰਭੂ ਦੇ ਭਗਤਾਂ ਦੀਆਂ ਜਿਵੇਂ ਵਾਰਤਾਵਾਂ ਹੋਈਆਂ ਬੀਤੀਆਂ ਹਨ। ਕਲਯੁਗ ਵਿੱਚ ਭਿਆਨਕ ਮਾੜੀ ਮੱਤ ਵਾਲੇ ਰਹਿੰਦੇ ਹਨ। ਉਹਨਾਂ ਵਾਸਤੇ ਬੜੇ ਆਸਾਨ ਗ੍ਰੰਥ ਦੀ ਰਚਨਾ ਕਰੋ। ਇਸ ਵਿੱਚ ਸਾਡੇ ਸ਼ਬਦ ਲਿਖੋ। ਉਪਦੇਸ਼ ਵਾਸਤੇ ਵਿਸਥਾਰ ਦਿਓ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬੇਨਤੀ ਸੁਣ ਕੇ ਲਿਖਵਾਉਣ ਵਾਸਤੇ ਵਿਚਾਰ ਕੀਤੀ। ਸਾਰਿਆਂ ਨੂੰ ਗੁਰੂ ਜੀ ਨੇ ਫਰਮਾਇਆ, ਪਹਿਲਾਂ ਜੋ ਕੁਝ ਤੁਸੀਂ ਲਿਖਿਆ ਹੈ ਸੁਣ ਕੇ ਗ੍ਰੰਥ ਵਿੱਚ ਚੜਾਵਾਂਗੇ। ਪਹਿਲਾਂ ਇਸ ਨੂੰ ਇਸ ਅਨੁਸਾਰ ਲਿਖੋ। ਯੋਗ ਕਰਮ ਅਨੁਸਾਰ ਬਾਣੀ ਬਣਾਓ ਤੇ ਇਕੱਲੇ ਇਕੱਲੇ ਰਾਗ ਵਿੱਚ ਲਿਖਾਓ। ਸਾਰੇ ਭਗਤ ਸੁਣ ਕੇ ਬਹੁਤ ਖੁਸ਼ ਹੋਏ ਤੇ ਉਸ ਸਮੇਂ ਧੰਨ ਧੰਨ ਕਹਿਣ ਲੱਗ ਗਏ। ਨਵੀਂ ਬਾਣੀ ਬਣਾਉਣ ਲੱਗੇ। ਨਿਪੁੰਨ ਗੁਰੂ ਜੀ ਪਾਸ ਬੈਠ ਗਏ। ਸ਼੍ਰੀ ਗੁਰੂ ਅਰਜਨ ਦੇਵ ਜੀ ਬੇਨਤੀਆਂ ਸੁਣਦੇ ਸਨ ਤੇ ਉਹਨਾਂ ਦਾ ਉੱਜਲ ਜਸ ਹੁੰਦਾ ਸੀ। ਦੁਪਹਿਰ ਤੱਕ ਗੁਰੂ ਜੀ ਗ੍ਰੰਥ ਲਿਖਵਾਉਂਦੇ ਸਨ। ਫਿਰ ਚੱਲ ਕੇ ਅੰਮ੍ਰਿਤ ਸਰੋਵਰ 'ਤੇ ਆ ਜਾਂਦੇ ਸਨ। ਪਰਿਕਰਮਾ ਕਰਕੇ ਮੱਥਾ ਟੇਕਦੇ ਸਨ। ਜਦ ਸੰਗਤਾਂ ਦੇ ਇਕੱਠ ਵਿੱਚ ਬੈਠਦੇ ਸਨ ਤਾਂ ਸਿੱਖ ਚੰਦ ਵਾਂਗ ਉਹਨਾਂ ਦੇ ਦਰਸ਼ਨ ਕਰਦੇ ਸਨ। ਗੁਰੂ ਜੀ ਦਇਆ ਧਾਰ ਕੇ ਦਰਸ਼ਨ ਦਿੰਦੇ ਸਨ। ਸਿੱਖ ਵੇਖ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਸਨ। ਇੱਕ ਪਹਿਰ ਉੱਥੇ ਬੈਠ ਕੇ ਬਤੀਤ ਕਰਦੇ ਸਨ। ਫਿਰ ਚੱਲ ਕੇ ਤੰਬੂ ਵਾਲੇ ਪਾਸੇ ਆ ਜਾਂਦੇ ਸਨ। ਰਾਤ ਦਿਨ ਡੇਰੇ ਵਿੱਚ ਬਤੀਤ ਕਰਦੇ ਸਨ। ਸ਼ਬਦ ਬਣਾ ਕੇ ਫਿਰ ਲਿਖਵਾਉਂਦੇ ਸਨ। ਭਗਤੀ, ਵੈਰਾਗ ਅਤੇ ਗਿਆਨ ਦੇ ਗੁਣਾਂ ਨਾਲ ਮਿਲੀ ਹੋਈ ਕਈ ਪ੍ਰਕਾਰ ਦੀ ਬਾਣੀ ਬਣਾਉਂਦੇ ਸਨ। ਇਸ ਪ੍ਰਕਾਰ ਸਦਾ ਪ੍ਰੀਤ ਵਿਹਾਰ ਕਰਦੇ ਸਨ। ਸਤਿਗੁਰੂ ਜੀ ਨੇ ਕਈ ਦਿਨ ਬਤੀਤ ਕੀਤੇ। ਜਦ ਭਗਤਾਂ ਦੇ ਸ਼ਬਦ ਲਿਖੇ ਤਾਂ ਦਿਲ ਵਿੱਚ ਪ੍ਰਸੰਨ ਹੋ ਕੇ ਭਾਈ ਗੁਰਦਾਸ ਜੀ ਨੇ ਕਿਹਾ, ਪੰਜਾਂ ਪਾਤਸ਼ਾਹੀਆਂ ਦੀ ਬਾਣੀ ਵਿੱਚ ਅਖੀਰ ਤੇ ਨਾਮ ਨਾਨਕ ਹੀ ਰੱਖਿਆ ਹੈ। ਹੁਣ ਆਪ ਭਗਤਾਂ ਦੇ ਨਾਂ ਸ਼ਬਦ ਦੇ ਅੰਤ ਵਿੱਚ ਲਿਖਾਏ ਹਨ। ਪਰ ਇੱਥੇ ਤਾਂ ਕੋਈ ਭਗਤ ਦਿਖਾਈ ਨਹੀਂ ਦਿੰਦਾ ਹੈ। ਹੇ ਗੁਰੂ ਜੀ, ਮੇਰੇ ਇਸ ਸੰਸ਼ੇ ਨੂੰ ਦੂਰ ਕਰੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਬਚਨ ਕੀਤੇ, ਜੇ ਦਿਲ ਵਿੱਚ ਚਾਹੁੰਦੇ ਹੋ ਤਾਂ ਇਸ ਨੂੰ ਵੀ ਜਾਣ ਲਓ। ਜੋ ਸਵੇਰੇ ਤੇਰੇ ਆਉਣ ਦਾ ਵੇਲਾ ਹੈ ਉਸ ਤੋਂ 2 ਘੜੀਆਂ ਪਹਿਲਾਂ ਆਓ ਤਾਂ ਤੇਰੇ ਸ਼ੰਕੇ ਦੂਰ ਹੋ ਜਾਣਗੇ। ਸੁਣ ਕੇ ਭਾਈ ਗੁਰਦਾਸ ਜੀ ਗੁਰੂ ਜੀ ਦੀ ਗੱਲ ਨੂੰ ਸਮਝ ਗਏ। ਬਾਹਰ ਕਨਾਤ ਵਿੱਚ ਕਿੰਨਾ ਹੀ ਥਾਂ ਛੱਡਿਆ ਹੋਇਆ ਸੀ, ਉੱਥੇ ਭਾਈ ਗੁਰਦਾਸ ਜੀ ਲਈ ਤੰਬੂ ਲਗਾ ਦਿੱਤਾ। ਲਿਖਣ ਸਮੇਂ ਗੁਰੂ ਜੀ ਚੱਲ ਕੇ ਉੱਥੇ ਆ ਜਾਂਦੇ ਸਨ, ਨਹੀਂ ਤਾਂ ਬਾਕੀ ਸਮਾਂ ਉਹ ਤੰਬੂ ਵਿੱਚ ਹੀ ਬਤੀਤ ਕਰਦੇ ਸਨ। ਸਤਿਗੁਰੂ ਜੀ ਦੇ ਚੰਗੇ ਬਚਨ ਸੁਣ ਕੇ ਭਾਈ ਜੀ ਆਪਣੇ ਡੇਰੇ ਚਲੇ ਗਏ। ਸੁੱਖ ਨਾਲ ਸੌਂ ਕੇ ਰਾਤ ਲੰਘਾਈ। ਜਦ ਪਹਿਰ ਰਾਤ ਰਹਿ ਗਈ ਤਾਂ ਸੁਚਮ ਬਣਾਈ। ਗੁਰੂ ਜੀ ਪਾਸ ਪਹੁੰਚਣ ਦਾ ਸਮਾਂ ਜਾਣਿਆ ਤਾਂ 2 ਘੜੀਆਂ ਪਹਿਲਾਂ ਹੀ ਚੱਲ ਕੇ ਆ ਗਏ। ਉਸ ਸਮੇਂ ਸਤਿਗੁਰੂ ਜੀ ਦੇ ਚਾਰੇ ਪਾਸੇ ਭਗਤ ਪ੍ਰਭੂ ਰਸ ਵਿੱਚ ਭਿੱਜੇ ਚਰਚਾ ਕਰ ਰਹੇ ਸਨ। ਸਹਿਮ ਕੇ ਉਸ ਥਾਂ ਖੜੇ ਰਹੇ ਜਿੱਥੇ ਆਉਣ ਜਾਣ ਦਾ ਰਸਤਾ ਸੀ। ਭਗਤ ਉੱਠ ਕੇ ਆਪਣੇ ਘਰਾਂ ਨੂੰ ਚੱਲ ਪਏ। ਤਦ ਭਾਈ ਗੁਰਦਾਸ ਜੀ ਨੇ ਸਾਰਿਆਂ ਦੇ ਦਰਸ਼ਨ ਕੀਤੇ। ਭਗਤ ਕਬੀਰ ਆਦਿ ਜਿਹੜੇ ਸਾਰੇ ਸਨ ਵੇਖ ਕੇ ਜਾਣਿਆ ਕਿ ਇਹ ਹੁਣ ਰਾਹ ਪੈ ਚੱਲੇ ਹਨ। ਦੌੜ ਕੇ ਸਾਰਿਆਂ ਦੀ ਚਰਨੀ ਪੈ ਗਏ। ਹੱਥ ਜੋੜ ਕੇ ਚੰਗੀ ਤਰ੍ਹਾਂ ਬੰਦਨਾ ਕੀਤੀ। ਤਦ ਸਾਰੇ ਭਗਤਾਂ ਨੇ ਭਾਈ ਗੁਰਦਾਸ ਜੀ ਨੂੰ ਬੰਦਨਾ ਕੀਤੀ। ਕੁਸ਼ਲਤਾ ਪੁੱਛ ਕੇ ਬਹੁਤ ਆਨੰਦਮਈ ਕਰ ਦਿੱਤਾ। ਸਾਰਿਆਂ ਨੇ ਆਪਣਾ ਆਪਣਾ ਨਾਂ ਸੁਣਾਇਆ। ਸਾਰਿਆਂ ਨੂੰ ਮਿਲ ਕੇ ਦਿਲ ਦੇ ਸ਼ੰਕੇ ਦੂਰ ਹੋ ਗਏ। ਫਿਰ ਸਾਰੇ ਆਪਣੇ ਸਥਾਨ 'ਤੇ ਚਲੇ ਗਏ। ਡਰ ਧਾਰਨ ਕਰਕੇ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ ਕਿ ਗੁਰੂ ਜੀ ਨੇ ਮੈਨੂੰ ਕਿਹਾ ਸੀ ਕਿ ਮੇਰੇ ਪਾਸ ਆਉਣਾ। ਮੈਂ ਉਹਨਾਂ ਦੇ ਪਾਸ ਨਹੀਂ ਗਿਆ ਹਾਂ ਅਤੇ ਨਾ ਹੀ ਉਹਨਾਂ ਦੇ ਦਰਸ਼ਨ ਕੀਤੇ ਹਨ। ਤਦ ਫੌਰਨ ਗੁਰੂ ਜੀ ਦੇ ਪਾਸ ਚਲੇ ਗਏ ਤੇ ਦੋਵੇਂ ਹੱਥ ਜੋੜ ਕੇ ਬੰਦਨਾ ਕੀਤੀ। ਵੱਡਿਆਂ ਤੋਂ ਵੱਡੇ ਭਾਵ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਨੂੰ ਸਮਝਿਆ। ਖੜੇ ਹੋ ਕੇ ਗੁਰੂ ਜੀ ਦਾ ਜਸ ਕੀਤਾ। ਤੁਸੀਂ ਨਿਰੰਕਾਰ ਸਰੂਪ ਹੋ। ਈਸ਼ਵਰ ਦਾ ਸਰਗੁਣ ਰੂਪ ਧਾਰਨ ਕੀਤਾ ਹੈ। ਸਤਯੁਗ ਵਿੱਚ 52 ਅਵਤਾਰ ਦਾ ਸਰੀਰ ਧਾਰਿਆ ਤੇ 3 ਲੋਕਾਂ ਨੂੰ 3 ਕਦਮਾਂ ਨਾਲ ਹੀ ਮਿਲ ਲਿਆ। ਤ੍ਰੇਤੇ ਤੁਸੀਂ ਰਾਮ ਰੂਪ ਸੁਹਾਏ ਤੇ ਰਾਵਣ ਸਹਿਤ ਅਣਗਿਣਤ ਰਾਖਸ਼ਾਂ ਨੂੰ ਮਾਰਿਆ। ਦੁਆਪਰ ਵਿੱਚ ਕ੍ਰਿਸ਼ਨ ਮੁਰਾਰੀ ਹੋਏ ਅਸੰਖਾਂ ਦੀ ਗਿਣਤੀ ਵਿੱਚ ਵੈਰੀ ਦੀ ਸੈਨਾ ਨੂੰ ਮਾਰਿਆ।
ਹੁਣ ਕਲਯੁਗ ਦੇ ਸਮੇਂ ਨੂੰ ਵੇਖਿਆ ਹੈ। ਹੁਣ ਆਪ ਜੀ ਨੇ ਗੁਰੂ ਰੂਪ ਧਾਰਨ ਕੀਤਾ ਹੈ। ਅਸੀਂ ਮਾੜੀ ਬੁੱਧੀ ਵਾਲੇ ਮਨੁੱਖ ਆਪ ਜੀ ਨੂੰ ਜਾਣਦੇ ਨਹੀਂ ਹਾਂ। ਤੁਹਾਡੀ ਮਹਿਮਾ ਬਹੁਤ ਮਹਾਨ ਹੈ। ਹੇ ਦਇਆ ਦੇ ਸਾਗਰ, ਮੇਰੀ ਭੁੱਲ ਬਖਸ਼ ਦਿਓ। ਮੈਨੂੰ ਦਾਸ ਜਾਣ ਕੇ ਮੇਰੀ ਲਾਜ ਰੱਖੋ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਉਸਤਤ ਸੁਣ ਕੇ ਬਹੁਤ ਪ੍ਰਸੰਨ ਹੋ ਕੇ ਬੋਲੇ, ਹੇ ਵੱਡੇ ਭਾਗਾਂ ਵਾਲੇ, ਤੇਰੇ ਉੱਤੇ ਮੈਂ ਬਹੁਤ ਖੁਸ਼ ਹਾਂ। ਹੁਣ ਮਨ ਚਾਹਤ ਵਸਤੂ ਮੈਥੋਂ ਮੰਗ ਲਓ। ਤੁਹਾਥੋਂ ਵੱਡਾ ਹੋਰ ਕੋਈ ਆਦਰਯੋਗ ਨਹੀਂ ਹੈ। ਤੁਸੀਂ ਸਾਡੇ ਸੇਵਕ, ਪ੍ਰੇਮੀ ਅਤੇ ਪਿਆਰੇ ਹੋ। ਤਦ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਕਿਹਾ, ਗੁਰੂ ਜੀ, ਜੋ ਭਗਤ ਤੁਹਾਡੇ ਪਾਸ ਆਉਂਦੇ ਹਨ, ਆਪ ਉਹਨਾਂ ਦੇ ਯੋਗ ਦਰਸ਼ਨ ਕਰਦੇ, ਉਹਨਾਂ ਨਾਲ ਚਰਚਾ ਕਰਦੇ ਹੋ ਅਤੇ ਉਹਨਾਂ ਦੇ ਸਰੀਰਾਂ ਨਾਲ ਸਪਰਸ਼ ਵੀ ਕਰਦੇ ਹੋ। ਮੇਰੀ ਇਹ ਮੰਗ ਹੈ ਕਿ ਮੈਂ ਵੀ ਉਸ ਤਰ੍ਹਾਂ ਉਹਨਾਂ ਦੇ ਦਰਸ਼ਨ ਕਰ ਸਕਾਂ, ਗਿਆਨ ਦੇ ਬਚਨ ਕਹਾਂ ਤੇ ਉਹਨਾਂ ਤੋਂ ਕਹਾਵਾਂ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਠੀਕ ਹੈ, ਇਸ ਤਰ੍ਹਾਂ ਹੀ ਹੋਵੇਗਾ। ਗੁਰੂ ਜੀ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਦਿਲ ਵਿੱਚ ਬਹੁਤ ਪ੍ਰਸੰਨ ਹੋਏ। ਫਿਰ ਮੁਕਤੀ ਦਾ ਤੇ ਲਿਖਾਉਣ ਲੱਗੇ। ਸ਼ਬਦ ਸਮੂਹ ਪ੍ਰੇਮ ਨਾਲ ਭਰੇ ਹੋਏ ਸਨ। ਜਦ ਰਾਗ ਦਾ ਅੰਤ ਨੇੜੇ ਆ ਜਾਂਦਾ ਸੀ ਤਾਂ ਤਦ ਭਗਤ ਆਪਣੇ ਸ਼ਬਦ ਲਿਖਾਉਂਦੇ ਸਨ। ਕੋਈ ਹੋਰ ਸਿੱਖ ਸੇਵਕ ਉੱਥੇ ਨਹੀਂ ਜਾਂਦਾ ਸੀ। ਗੁਰੂ ਜੀ, ਭਾਈ ਗੁਰਦਾਸ ਜੀ ਤੇ ਭਗਤਾਂ ਦਾ ਇਕੱਠ ਹੀ ਉੱਥੇ ਹੁੰਦਾ ਸੀ। ਜਿਵੇਂ ਭਵਜਲ ਵਿੱਚ ਜੀਵ ਦੁੱਖ ਪਾ ਰਹੇ ਹਨ, ਉਹਨਾਂ ਵਾਸਤੇ ਕਰ ਰਹੇ ਸਨ ਤਾਂ ਕਿ ਉਹ ਆਸਾਨੀ ਨਾਲ ਇਹ ਭਵਜਲ ਤਰ ਕੇ ਪਾਰ ਹੋ ਜਾਣ। ਗੁਰੂ ਜੀ ਜਿਵੇਂ ਬੋਲ ਕੇ ਸੁਣਾਉਂਦੇ ਸਨ, ਭਾਈ ਜੀ ਉਸ ਸਮਾਨ ਹੀ ਹਵਾ ਵਾਂਗ ਲਿਖਦੇ ਜਾਂਦੇ ਸਨ। ਉਹ ਫੌਰਨ ਲਿਖ ਲੈਂਦੇ ਸਨ, ਕਿਤੇ ਵੀ ਅਟਕਦੇ ਨਹੀਂ ਸਨ। ਥੋੜ੍ਹੇ ਹੀ ਸਮੇਂ ਵਿੱਚ ਬਹੁਤ ਕੰਮ ਕਰ ਲਿਆ ਸੀ। ਜਦ ਸ਼ਬਦਾਂ ਦੇ ਆਸ਼ੇ ਨੂੰ ਜਾਣ ਲੈਂਦੇ ਸਨ, ਨਹੀਂ ਤਾਂ ਗੁਰੂ ਜੀ ਪਾਸੋਂ ਪੁੱਛ ਲੈਂਦੇ ਸਨ। ਭਾਈ ਗੁਰਦਾਸ ਜੀ ਤਦ ਫੌਰਨ ਲਿਖ ਲੈਂਦੇ ਸਨ। ਗੁਰੂ ਜੀ ਜਿਵੇਂ ਵੀ ਉਚਾਰਨ ਕਰਦੇ ਸਨ। ਇੱਕ ਦਿਨ ਸਿਖਰ ਦੁਪਹਿਰ ਲੱਗੀ ਹੋਈ ਸੀ ਤੇ ਗੁਰੂ ਜੀ ਅੰਮ੍ਰਿਤ ਸਰੋਵਰ ਤੇ ਗਏ ਹੋਏ ਸਨ। ਦਰਸ਼ਨ ਦੇ ਕੇ ਬਾਅਦ ਵਿੱਚ ਉਹ ਮੁੜ ਆਏ। ਇੱਕ ਪਹਿਰ ਦਿਨ ਬੈਠ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ 52 ਅੱਖਰੀ ਬਣਾਈ। ਉਸ ਨੂੰ ਲਿਖਾਉਣ ਵਾਸਤੇ ਮੁਖ ਤੋਂ ਉਚਾਰਨ ਕਰ ਰਹੇ ਸਨ। ਆਦ ਅੰਤ ਵਿੱਚ ਇੱਕ ਇੱਕ ਸ਼ਲੋਕ ਜੋੜਿਆ, ਜਿਸ ਵਿੱਚ ਸਤਿਗੁਰੂ ਦੀ ਸੁਖਦਾਇਕ ਮਹਿਮਾ ਕੀਤੀ ਗਈ। ਭਾਈ ਜੀ ਲਿਖ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ, ਬਹੁਤ ਸੁੰਦਰ ਬਣਾਈ ਹੈ। ਸੁੰਦਰ ਪਾਠ ਅਰਥ ਇਸ ਵਿੱਚ ਰੱਖਿਆ ਹੈ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਸ਼੍ਰੀ ਪਰਮੇਸ਼ਰ ਦੀ ਕੀਰਤੀ ਕੀਤੀ ਗਈ ਹੈ। ਗੁਰਬਾਣੀ ਪ੍ਰਭੂ ਦੇ ਸੁੰਦਰ ਗਹਿਣੇ ਹਨ। ਜਿਹੜੀ ਇਹ 52 ਅੱਖਰੀ ਬਣੀ ਹੈ, ਜੜਾਊ ਹੀਰੇ ਮਣੀਆਂ ਕਰਕੇ ਬੜੀ ਸ਼ੋਭਾ ਪਾ ਰਹੀ ਹੈ। ਇਸ ਵਿੱਚ ਸ਼ੋਭਾ ਵਾਲੇ ਰਤਨ ਜੜੇ ਹਨ। ਇਹ ਗਹਿਣੇ ਦੇ ਬਰਾਬਰ ਛਵੀ ਪਾਏਗੀ। ਪਾਠਕ ਵਾਸਤੇ ਇਹ ਭੁਗਤੀ ਮੁਕਤੀ ਦੀ ਦਾਤੀ ਹੋਵੇਗੀ। ਜਿਹੜਾ ਇਸ ਦੇ ਰਸ ਨੂੰ ਸਮਝ ਲਵੇਗਾ, ਉਹ ਲੋਕ ਪਰਲੋਕ ਵਿੱਚ ਸੁੱਖ ਪਾਵੇਗਾ। ਇਸ ਪ੍ਰਕਾਰ ਬਚਨ ਕਹਿੰਦਿਆਂ ਸੁਣਦਿਆਂ ਰਾਤ ਪੈ ਗਈ ਤੇ ਸੰਘਣਾ ਹਨੇਰਾ ਹੋ ਗਿਆ। ਭਾਈ ਗੁਰਦਾਸ ਜੀ ਆਪਣੇ ਡੇਰੇ ਚਲੇ ਗਏ। ਗੁਰੂ ਜੀ ਨੇ ਬਹੁਤ ਵਿਚਾਰ ਕੀਤੀ, ਜਿਸ ਨੂੰ ਸਿੱਖ ਨੇਮ ਕਰਕੇ ਪੜ੍ਹਨ ਅਤੇ ਪ੍ਰੇਮ ਨਾਲ ਰੋਜ਼ ਕੰਠ ਕਰਨ। ਜਿਵੇਂ ਗੀਤਾ ਸਾਰੇ ਸ਼ਾਸਤਰਾਂ ਦਾ ਸਾਰ ਹੈ, ਵੇਦਾਂ ਦੀ ਸਾਰ ਉਸ ਤਰ੍ਹਾਂ ਹੀ ਕੱਢ ਲੈਣਗੇ। ਜਿਹੜਾ ਵੀ ਇਸ ਨੂੰ ਹਿਰਦੇ ਵਿੱਚ ਵਸਾ ਕੇ ਇਸ ਦੀ ਕਮਾਈ ਕਰੇ, ਉਸ ਦਾ ਫਿਰ ਕਦੀ ਜਨਮ ਮਰਨ ਨਹੀਂ ਹੋਵੇਗਾ। ਇਤਿਆਦ ਬਹੁਤ ਆਨੰਦਮਈ ਬਚਨ ਉਪਕਾਰੀ ਗੁਰੂ ਜੀ ਨੇ ਉਚਾਰਨ ਕੀਤੇ। ਇੰਨੇ ਚਿਰ ਨੂੰ ਪ੍ਰਭਾਤ ਹੋ ਗਈ, ਲੋ ਲੱਗ ਗਈ ਤੇ ਚਿੜੀਆਂ ਚਹਿਕਣ ਲੱਗ ਗਈਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।